ਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਹਮ ਘਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਭਾਏ ਪੰਚ ਮਿਲੇ ਸੁਖ ਪਾਇਆ। ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ। ਅਨਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਏ। ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਏ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਅੰਤਰ ਜਾਮੀ ਹਰ ਆਪ ਜਿਉਂ ਤੂੰ ਚਲਾਵਹਿ ਪਿਆਰੇ ਹੋਂ ਤਿਵੈ ਚੱਲਾ। ਹਮਰੇ ਹਾਥ ਕਿਛ ਨਾਹੀਂ ਜਾ ਤੂੰ ਮਿਲਹਿ ਤਾਹੋਂ ਆਏ ਮਿਲਾ। ਤੂੰ ਅੰਤਰ ਜਾਮੀ ਹਰ ਆਪ ਜਿਉਂ ਤੂੰ ਚਲਾਵਹਿ ਪਿਆਰੇ ਹੋਂ ਤਿਵੈ ਚੱਲਾ। ਹਮਰੇ ਹਾਥ ਕਿਛ ਨਾਹੀਂ ਜਾ ਤੂੰ ਮਿਲਹਿ ਤਾਹੋਂ ਆਏ ਮਿਲਾ। ਜਿਨ ਕੋ ਤੂੰ ਹਰ ਮਿਲਹਿ ਸੁਆਮੀ ਸਭ ਤਿਨ ਕਾ ਲੇਖਾ ਛੁੜਕ ਗਿਆ।
तिन की गणत न करियो को भाई। जो गुर बचनी हर मेल लिया। नानक दयाल हुआ तिन ऊपर। जिन गुर का भाणा मन्निया भला। तू अंतर जामी हर आप। ज्यों तू चलावह प्यारे हों तिवै चला। नानक दयाल हुआ तिन ऊपर। जिन गुर का भाणा मन्निया भला। तू अंतर जामी हर आप। ज्यों तू चलावह प्यारे हों तिवै चला। वाहिगुरु जी का खालसा वाहिगुरु जी की फतेह। परम सन्मानयोग जुग जुग अटल। चवर छतर तख दे मालक। बाणी के बोहित जाहरा जहूर हाजरा हजूर। सर्व कला समरथ धन धन साहिब श्री गुरु ग्रंथ साहिब। सच्चे सतगुरु जी दी पावन पवित्र निगी गोद अंदर जुड़ बैठे गुरु रूप गुरु सवारे सत संगी जनों। आप जी बड़ भागे हो जो दशमेश पिता गुरु कलगीधर सतगुरु अमृत के दाते। सर्वांस दानी सहबे कमाल। धन धन साहिब श्री गुरु गोबिंद सिंह महाराज जी दी चरण छो धरती महान पवित्र अस्थान। गुरुद्वारा मंजी साहिब आलमगीर विखे अमृत वेले तो हाजरियां भर के सत संगत करके सतगुरु महाराज जी दियां खुशियां प्राप्त कर रहे हो। पातशाह जी दे पावन दरबार दे विच अमृत वेले तो सजे हुए दीवाना विच आप जी ने सत्कार जो गुरु घर दे कीर्तनियां पासों श्री आसा जी की वार दे कीर्तन श्रवण कीते हन। सो आओ गुरु सवारियो समा है जो चल रही लड़ीवार गुरबाणी की कथा। तुखारी राग दे विचों चौथे पातशाह धन धन रामदास गुर जिन सिरिया तिन्हां सवारिया। पूरी होई करामात आप सिरजनहार धारिया। धन धन साहिब श्री गुरु रामदास पातशाह महाराज जी दे पावन शब्द संतां दी विचार चल रही है। कल वाली विचार दे विच तीसरे बंदी आप जी ने विचार श्रवण कीती सी। अज सतगुरु महाराज जी 1115 अंक ते शब्द दे चौथे बंद द्वारा सानू पावन उपदेश बख्शिश कर रहे हैं। जिथे आपां गुरबाणी दी विचार श्रवण करनी है उथे अज नाल ही 2 इतिहासक दिहाड़े हैं। एक सिख कौम दे विच 3 घल्लूघारियां दा जिक्र आउंदा है। एक कानूवाल वाला छोटा घल्लूघारा, एक अपने इत्थे नेड़े ही कोपर हीड़े की धरती ते जिन्हों बड़ा घल्लूघर के नाम नाल जानिया जाता है।
ਜਿਹਦੇ ਵਿੱਚ ਬਹੁਤ ਸਾਰੇ ਸਿੰਘ ਸਿੰਘਣੀਆਂ ਬੱਚੇ, ਤਕਰੀਬਨ 35,000 ਤੋਂ ਉੱਤੋਂ ਜਿਹੜੇ ਸਿੰਘ ਨੇ, ਬੱਚੇ ਬਜ਼ੁਰਗ, ਉਹ ਸਾਰੇ ਸ਼ਹੀਦ ਹੋਏ ਨੇ। ਅੱਜ 1 ਜੂਨ 1984, ਕਿਉਂਕਿ ਘੱਲੂ ਘਾਰੇ ਦਾ ਮਤਲਬ ਹੈ ਕਿ ਕਿਸੇ ਕੌਮ ਨੂੰ ਆਲੇ ਦੁਆਲੇ ਤੇ ਘੇਰਾ ਪਾ ਕੇ ਖਤਮ ਕਰਨਾ। ਇਸ ਤਰੀਕੇ ਨਾਲ ਸਿੱਖਾਂ ਨੂੰ ਵਾਰ-ਵਾਰ ਇਹ ਕੋਸ਼ਿਸ਼ ਕੀਤੀ ਗਈ ਤਾਂ ਕਿ ਸਿੱਖਾਂ ਦਾ ਨਾਮੋ ਨਿਸ਼ਾਨ ਸੰਸਾਰ 'ਚ ਮਿਟਾਇਆ ਜਾਵੇ। ਤੇ ਜਿੱਥੇ ਇਹ ਵੱਡਾ ਘੱਲੂ ਘਾਰਾ ਹੈ, ਉੱਥੇ ਨਾਲ ਹੀ ਅੱਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਆਹ ਪੁਰਬ ਵੀ ਹੈ, ਜਿੱਥੇ ਮਹਾਨ ਸ਼ਹੀਦ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ। ਉੱਥੇ ਸਾਰੀਆਂ ਸੰਗਤਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ। ਤੇ ਗੁਰੂ ਸਵਾਰਿਓ, ਆਓ ਪਹਿਲਾਂ ਕੁਝ ਸਮੇਂ ਲਈ ਆਪਾਂ ਕਲਗੀਆਂ ਵਾਲੇ ਪਾਤਸ਼ਾਹ ਦਾ ਜੋ ਪਾਵਨ ਵਿਆਹ ਪੁਰਬ ਦਾ ਪ੍ਰਸੰਗ ਹੈ, ਜੋ ਆਪ ਜੀ ਨੇ ਕੱਲ੍ਹ ਵੀ ਥੋੜ੍ਹਾ ਜਿਹਾ ਸਰਵਣ ਕੀਤਾ ਸੀ, ਉਸ ਲੜੀ ਨੂੰ ਆਪਾਂ ਅੱਗੇ ਤੋਰੀਏ। ਆਪ ਜੀ ਨੇ ਕੱਲ੍ਹ ਵਾਲੀ ਵਿਚਾਰ 'ਚ ਸਰਵਣ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤਿਆਰ ਬਰ ਤਿਆਰ ਹੋਏ ਨੇ, ਸ਼ਾਸਤਰ ਸਜਾਏ ਸਤਿਗੁਰੂ ਜੀ ਨੇ। ਕਲਗੀ ਜੀਗਾ ਪਾਤਸ਼ਾਹ ਦੇ ਸੀਸ ਉੱਤੇ ਸ਼ੋਭਾ ਪਾ ਰਹੀ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਅਸਥਾਨ, ਪਿਤਾ ਗੁਰੂ ਦੇ ਪਾਵਨ ਅਸਥਾਨ, ਜਿੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਹੈ, ਉੱਥੇ ਆ ਕੇ ਸਤਿਗੁਰੂ ਮਹਾਰਾਜ ਨੇ ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਕੀਤੀ ਤੇ ਅਰਦਾਸ ਬੇਨਤੀ ਕਰਨ ਉਪਰੰਤ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਆਪਣੀ ਮਾਤਾ ਗੁਜਰੀ ਕੋਲ ਆਏ ਨੇ। ਜਦੋਂ ਬਾਤ ਨੇ ਚਾਲੇ ਪਾਣੇ ਹਨ ਤੇ ਉਸ ਤੋਂ ਪਹਿਲਾਂ ਸਤਿਗੁਰੂ ਜੀ ਨੇ ਆਪਣੀ ਮਾਤਾ ਨੂੰ ਸਜਦਾ ਕੀਤਾ, ਮਾਤਾ ਗੁਜਰੀ ਨੂੰ ਸਜਦਾ ਕੀਤਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਰਾਤ ਆਨੰਦਪੁਰ ਸਾਹਿਬ ਤੋਂ ਗੁਰੂ ਕਾ ਲਾਹੌਰ, ਜੋ ਹਿਮਾਚਲ ਦੇ ਵਿੱਚ ਹੈ, ਉਸ ਧਰਤੀ ਦੇ ਉੱਤੇ ਸਤਿਗੁਰੂ ਜਿੱਥੇ ਸਤਿਗੁਰ ਦੇ ਆਨੰਦ ਕਾਰਜ ਹੋਏ ਸੀ, ਉਹ ਪਾਵਨ ਸਥਾਨ ਹੈ। ਜਦੋਂ ਕੋਈ ਖਾਲਸੇ ਦਾ ਐਡਰੈਸ ਪੁੱਛਦਾ ਨਾ ਕਿ ਖਾਲਸੇ ਦਾ ਐਡਰੈਸ ਕੀ ਹੈ, ਤੇ ਖਾਲਸੇ ਦੇ ਐਡਰੈਸ ਦੇ ਵਿੱਚ ਸਾਡੇ ਨਾਨਕੇ ਗੁਰੂ ਕਾ ਲਾਹੌਰ ਕਰਕੇ ਆਉਂਦੇ ਨੇ। ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਨਾ, ਅੰਮ੍ਰਿਤ ਛਕਾਉਣ ਵੇਲੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ, ਕਹਿਣ ਲੱਗੇ ਕਿ ਵਾਸੀ ਆਨੰਦਪੁਰ ਸਾਹਿਬ ਦੇ, ਖਾਲਸਾ ਜਿਹੜਾ ਹੈ ਵਾਸੀ ਆਨੰਦਪੁਰ ਸਾਹਿਬ ਦੇ, ਜਨਮ ਤਖਤ ਸ੍ਰੀ ਕੇਸਗੜ੍ਹ ਸਾਹਿਬ, ਨਾਨਕੇ ਗੁਰੂ ਕਾ ਲਾਹੌਰ, ਸਾਡੇ ਧਾਰਮਿਕ ਮਾਤਾ ਸਾਹਿਬ ਦੇਵਾ ਕੌਰ ਜੀ ਤੇ ਧਾਰਮਿਕ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਖਾਲਸੇ ਦਾ ਐਡਰੈਸ ਹੈ। ਤੇ ਕਲਗੀਧਰ ਪਾਤਸ਼ਾਹ ਨੇ ਆਪ ਇਹ ਨਗਰ ਵਸਾਇਆ ਸੀ, ਗੁਰੂ ਕਾ ਲਾਹੌਰ। ਬਾਬਾ ਹਰਜਸ ਜੀ, ਮਾਤਾ ਜੀਤੋ ਜੀ ਨੂੰ ਲੈ ਕੇ ਸਾਰੇ ਪਰਿਵਾਰ ਸੰਬੰਧੀਆਂ ਦੇ ਸਹਿਤ, ਰਿਸ਼ਤੇਦਾਰਾਂ ਦੇ ਸਹਿਤ ਗੁਰੂ ਕਾ ਲਾਹੌਰ ਦੀ ਧਰਤੀ ਤੇ ਸਤਿਗੁਰੂ ਪਹੁੰਚੇ ਹੋਏ ਨੇ, ਉਡੀਕ ਕਰ ਰਹੇ ਹਨ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਰਾਤ ਆਨੰਦਪੁਰ ਸਾਹਿਬ ਤੋਂ ਤੁਰਨ ਲੱਗੀ ਹੈ। ਸਤਿਗੁਰਾਂ ਦੀ ਬਰਾਤ ਵਿੱਚ ਉਹ ਕਿਹੜਾ ਮਨੁੱਖ ਨਹੀਂ ਸੀ, ਕਿਹੜੇ ਜੀਵ ਨਹੀਂ ਸਨ ਜਿਹੜੇ ਪਾਤਸ਼ਾਹ ਦੀ ਬਰਾਤ 'ਚ ਨਾ ਸ਼ਾਮਲ ਹੋਏ ਹੋਣ। ਵੱਡੇ ਤੋਂ ਵੱਡੇ ਅਮੀਰ ਪੁਰਸ਼, ਰਾਜੇ ਮਹਾਰਾਜੇ, ਵੱਡੇ ਵੱਡੇ ਅਹਿਲਕਾਰ, ਉਹ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਵਿਆਹ ਦੇ ਸਮਾਗਮ ਵਿੱਚ ਸ਼ਾਮਲ। ਤੇ ਗਰੀਬ ਤੋਂ ਗਰੀਬ, ਜਿਨ੍ਹਾਂ ਦੇ
हालत इहो जी है कि पहनण लई वस्त्र नहीं है, खाण लई भोजन नहीं प्राप्त हुंदा। ਉਹ ਲੋਕ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਰਾਤ ਵਿੱਚ ਸ਼ਾਮਲ ਹੋਏ ਨੇ। ਸਾਧੂ ਸੰਤ ਮਹਾਤਮਾ ਧਰਮਾਤਮਾ ਇਤਿਆਦਿਕ ਇਹ ਸਾਰੇ ਸ਼ਾਮਲ ਹਨ। ਕਹਿੰਦੇ ਨੇ ਗੁਰੂ ਪਾਤਸ਼ਾਹ ਦੇ ਸਤਿਕਾਰਯੋਗ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ, ਸਤਿਗੁਰਾਂ ਦੀ ਭੂਆ ਜੀ ਦੇ ਸਪੁੱਤਰ ਬੀਬੀ ਬੀਰੋ ਜੀ, ਉਹਨਾਂ ਦੇ ਸਪੁੱਤਰ ਬਾਬਾ ਜੀਤ ਮੱਲ, ਸੰਗੋ ਸ਼ਾਹ, ਗੁਲਾਬ ਰਾਏ, ਮਾਹਰੀ ਚੰਦ ਇਤਿਆਦਿਕ ਇਹ 5 ਸਾਹਿਬਜ਼ਾਦੇ ਸਨ, 5 ਪੁੱਤਰ ਸਨ, ਇਹ ਵੀ ਸ਼ਾਮਲ ਹਨ। ਤੇ ਗੁਰੂ ਜੋ ਗੁਰੂ ਕੀ ਕੁੱਲ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੁੱਲ ਵਿੱਚੋਂ ਬੇਦੀ ਲੋਕ, ਧੰਨ ਗੁਰੂ ਅਮਰਦਾਸ ਅੰਗਦ ਦੇ ਮਹਾਰਾਜ ਦੀ ਕੁੱਲ ਤੇਹਣ, ਇਹ ਵੀ ਸਾਰੇ ਆਏ ਨੇ। ਤੇ ਭੱਲਿਆਂ ਦੀ ਕੁੱਲ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਕੁੱਲ ਹੈ, ਉਹ ਵੀ ਆਏ ਨੇ। ਸੋਢ ਬੰਸ ਸਾਰੇ ਇਸ ਤਰ੍ਹਾਂ ਆਨੰਦਪੁਰ ਸਾਹਿਬ ਤੋਂ ਚੱਲੇ ਹਨ। ਆਨੰਦਪੁਰ ਸਾਹਿਬ ਦੇ ਪਹਾੜਾਂ ਉੱਤੇ, ਆਨੰਦਪੁਰ ਸਾਹਿਬ ਦੀਆਂ ਕੋਠੀਆਂ ਉੱਤੇ ਇਸਤਰੀਆਂ ਖਲੋਤੀਆਂ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਲਾੜਾ ਬਣੇ ਹੋਏ ਹਨ ਤੇ ਨਾਲੇ ਉਤਸ਼ਾਹ ਹੈ ਮਨ ਵਿੱਚ, ਤੇ ਸਤਿਗੁਰੂ ਜੀ ਨੂੰ ਫੁੱਲਾਂ ਦੀਆਂ ਵਰਖਾ ਕਰ ਰਹੇ ਹਨ। ਆਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਪਾਤਸ਼ਾਹ ਵਿਚਰਦੇ ਨੇ, ਫੁੱਲਾਂ ਦੀ ਵਰਖਾ ਹੋ ਰਹੀ ਹੈ। ਇਸ ਤਰ੍ਹਾਂ ਗੁਰੂ ਸਵਾਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਤੋਂ ਚਾਲੇ ਪਾਏ ਨੇ। ਤੇ ਬਹੁਤ ਵੱਡਾ ਇਕੱਠ, ਜਦੋਂ ਸਤਿਗੁਰ ਦੀ ਸ਼ਾਦੀ ਹੋਈ ਸੀ, ਪਹਿਲਾ ਆਨੰਦ ਕਾਰਜ, ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਉਮਰ ਉਦੋਂ 11 ਸਾਲ ਦੀ ਸੀ, ਕਿਉਂਕਿ 1675 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੁੰਦੇ ਹਨ। ਉਸ ਤੋਂ ਬਾਅਦ ਬਾਲ ਗੋਬਿੰਦ ਰਾਏ ਜੀ ਗੁਰੂ ਬਣਦੇ ਨੇ, ਗਰਗੱਦੀ ਉੱਤੇ ਬਿਰਾਜਮਾਨ ਹੁੰਦੇ ਹਨ। ਤੇ 1677 ਦੇ ਵਿੱਚ, ਸੰਨ 1677 ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ ਸੀ। ਉਦੋਂ ਤਕਰੀਬਨ ਪਾਤਸ਼ਾਹ ਦੀ ਉਮਰ ਆਪਾਂ ਕਹਿ ਲਈਏ 11 ਸਾਲ ਦੀ ਸੀ। 9 ਸਾਲ ਦੇ ਗੁਰੂ ਬਣਦੇ ਨੇ ਤੇ 2 ਸਾਲ ਬਾਅਦ ਸ਼ਾਦੀ ਹੁੰਦੀ ਹੈ ਤੇ 11 ਸਾਲ ਉਮਰ ਬਣਦੀ ਹੈ। ਇੰਜ ਕਲਗੀਧਰ ਪਾਤਸ਼ਾਹ ਮਹਾਰਾਜ ਘੋੜੇ ਉੱਤੇ ਸਵਾਰ ਹੋ ਕੇ ਨਫੀਰੀਆਂ ਵੱਜ ਰਹੀਆਂ ਹਨ, ਬਾਜੇ ਵੱਜ ਰਹੇ ਹਨ, ਤੇ ਖੁਸ਼ੀ ਦੇ ਗੀਤ ਜਿਹੜੇ ਨੇ ਉਹ ਗੁਰਬਾਣੀ ਦੀਆਂ ਖੁਸ਼ੀ ਦੀਆਂ ਪੰਕਤੀਆਂ ਪੜ੍ਹੀਆਂ ਜਾ ਰਹੀਆਂ ਨੇ। ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ, ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਨੜੈ ਖੜੀ ਤੱਕਾਂ ਮਹਿਮਨ ਚਾਓ ਘਨੇਰਾ ਰਾਮ ਇਤਿਆਦਿਕ ਇਹੋ ਜਿਹੀਆਂ ਪੰਕਤੀਆਂ ਜਿਹੜੀਆਂ ਨੇ ਉਹ ਚਾਅ ਦੇ ਨਾਲ ਗੁਰੂ ਦੀਆਂ ਸੰਗਤਾਂ ਪੜ੍ਹਦੀਆਂ ਨੇ। ਤੇ ਇਸ ਤਰ੍ਹਾਂ ਨਗਾਰੇ ਵੱਜਦੇ, ਨਫੀਰੀਆਂ ਬਾਜੇ ਬਾਜੇ ਇਤਿਆਦਿਕ ਵੱਜ ਰਹੇ ਹਨ। ਕਲਗੀਧਰ ਪਾਤਸ਼ਾਹ ਚਾਲੇ ਪਾ ਦਿੱਤੇ ਹਨ। ਬਹੁਤ ਵੱਡਾ ਇਕੱਠ ਹੈ ਤੇ ਗੁਰੂ ਕਾ ਲਾਹੌਰ ਵੱਲ ਨੂੰ ਸਤਿਗੁਰੂ ਜਾ ਰਹੇ ਹਨ। ਰਸਤੇ ਵਿੱਚ ਅਨੇਕਾਂ ਪਿੰਡ ਆਏ ਨੇ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਸਤਿਗੁਰੂ ਤਾਰਦੇ ਹੋਏ, ਜਦੋਂ ਆਪਾਂ ਜਾਂਦੇ ਨਾ ਗੁਰੂ ਕਾ ਲਾਹੌਰ ਦੀ ਧਰਤੀ 'ਤੇ, ਰਸਤੇ 'ਚ ਕਈ ਨਗਰ ਆਉਂਦੇ ਨੇ। ਤੇ ਇੱਕ ਜਦੋਂ ਬਿਲਕੁਲ ਨੇੜੇ ਪਹੁੰਚ ਕੇ ਨਗਰ ਆਉਂਦਾ ਹੈ ਪਿੰਡ ਡੋਲਾ। ਡੋਲਾ ਪਿੰਡ ਤੋਂ ਸਤਿਗੁਰੂ ਜੀ ਉੱਥੋਂ ਸਤਿਗੁਰੂ ਨੇ ਪੜਾ ਕੀਤਾ, ਉੱਥੋਂ ਪਾਤਸ਼ਾਹ ਲੰਘੇ ਨੇ। ਉੱਥੋਂ ਦੇ ਲੋਕ ਸਾਰੇ ਇਕੱਤਰ ਹੋ ਕੇ ਕਲਗੀਧਰ ਪਾਤਸ਼ਾਹ ਦੇ ਇਸ ਸਮਾਗਮ ਨੂੰ ਦੇਖਦੇ ਨੇ ਤੇ ਪਾਤਸ਼ਾਹ ਨੂੰ ਸਜਦਾ ਕਰਦੇ, ਨਮਸਕਾਰਾਂ ਕਰਦੇ ਹਨ। ਫਿਰ ਪਾਤਸ਼ਾਹ ਮਹਾਰਾਜ ਅੱਜ ਨਗਰ ਵਿੱਚ ਗੁਰੂ ਕਾ ਲਾਹੌਰ ਵਿਖੇ ਪਾਤਸ਼ਾਹ ਪਹੁੰਚ ਗਏ ਹਨ, ਜਿੱਥੇ ਅੱਜ ਗੁਰਦੁਆਰਾ ਸੇਰਾ ਸਾਹਿਬ ਹੈ। ਪਿੰਡ ਬਸੀ, ਪਿੰਡ ਦਾ ਨਾਮ ਹੈ ਬਸੀ। ਬਸੀ ਪਿੰਡ ਤੋਂ ਅੱਗੇ ਹੈ ਗੁਰੂ ਕਾ ਲਾਹੌਰ। ਤਕਰੀਬਨ ਆਪਾਂ ਕਹਿ ਦਈਏ 2 ਕਿਲੋਮੀਟਰ ਦੀ ਜਾਂ 1.5 ਕਿਲੋਮੀਟਰ ਦੀ ਦੂਰੀ 'ਤੇ, ਇੰਨਾ ਕੁ ਫਰਕ ਹੈ। ਤੇ ਇੰਨੀ ਕੁ ਦੂਰੀ 'ਤੇ ਗੁਰੂ ਕਾ ਲਾਹੌਰ ਜਿਹੜਾ ਨਗਰ ਹੈ ਜਿੱਥੇ ਸਤਿਗੁਰੂ ਨੇ ਵਸਾਣਾ ਕੀਤਾ ਹੈ, ਉਹ ਤੋਂ ਪਹਿਲਾਂ ਬਸੀ ਪਿੰਡ ਹੈ। ਤੇ ਬਸੀ ਪਿੰਡ ਪਹਾੜੀ ਦੇ ਉੱਤੇ ਅਸਥਾਨ ਬਣਿਆ ਜਿਹਦਾ ਨਾਮ ਹੈ ਗੁਰਦੁਆਰਾ ਸੇਰਾ ਸਾਹਿਬ। ਇਤਿਹਾਸਕਾਰ ਲਿਖਦੇ ਨੇ ਕਿ ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਇੱਥੇ ਬਰਾਤ ਦਾ ਢਕਾਓ ਕੀਤਾ ਗਿਆ ਸੀ।
सतगुरु महाराज इत्थे इस स्थान ते जिवें जंज घर आपां कह दी अज जो किस जंज घर बने हुंदे ने पिंडां दे विच, ते इसे तरह उदों तंबू शमियाने लगे हुए सन पहाड़ी दे उत्ते, वड्डे वड्डे तंबू शमियाने लगे ने, बड़ी सोहनी सजावट की हुई है। ते उस थान ते कलगियां वाले पातशाह महाराज दा ढका होया, ते गुरु सवारे बाबा हरजस जी नूं पता लग्या कि गुरु गोबिंद सिंह महाराज अज सतगुरु जी लाड़ा बन के सतगुरु पहुँचे ने मेरी बेटी नूं ब्याहण वास्ते। कहंदे बाबा हरजस जी फिर स्वागत लई अगे आए सी, स्वागत करन हित अगे आए, आओ भगत कीती। ते कलगीधर पातशाह दे सन्मुख बाबा हरजस जी आ खलोते ने। कहंदे कलगियां वाले पातशाह नूं मत्था टेकण लगे। हुण सिख रिश्ता तां सिख ते गुरु दा है, रिश्ता सिख ते गुरु दा है, ते गुरु जान के सतगुरु नूं मत्था टेकण लगे। ते धन गुरु गोबिंद सिंह महाराज ने उस समय कहंदे ने बाबा हरजस जी दीयां बाहां पकड़ लईआं, मोढियां तो पकड़िया, कहण लगे नहीं तुसीं इत्थे सत्कारयोग हो, मेरे तुसीं सोहरा बनन जा रहे हो, इस करके मेरे सत्कार पिता जी दे समान हो, मेरे पिता जी हन। अज सजदा नमस्कार करन दी मेरी वारी है, तुहाडी वारी नहीं है। कलगियां वाले पातशाह ने बचन कीते। जो सतगुरु झुके ने, कहंदे अगों बाबा हरजस जी ने सतगुरु जी दे कर कमल पकड़े, हाथ जोड़े ने, ते सतगुरु जी ने गल वकड़ी विच ले लिया। किन्ने चंगे भाग होणगे जिहदा नाता गुरु गोबिंद सिंह महाराज नाल जुड़िया होवे, जिन्हों गल वकड़ी गुरु गोबिंद सिंह महाराज दी प्राप्त होई होवे, उहदे किन्ने वड्डे कर्म कीते होणगे। आपां गुरु पातशाह दे जिथे जिथे सतगुरू चरण पाए ने, उन्हां स्थानां ते आपां हाज़रियां भरदे आं, उत्थों दी चरण धूड़ी मत्थे नाल लाउंदे आं। क्यों लाउंदे आं कि ये गुरु का स्थान है, गुरु पातशाह ने चरण पाए सन। पर जिन्हों गुरु सवारे गुरु गोबिंद सिंह महाराज की संगत प्राप्त हुई होवे, जिन्हों गुरु गोबिंद सिंह महाराज गल वकड़ी प्राप्त हुई होवे, उहदे किन्ने चंगे भाग होणगे। ते सतगुरु जी जी आया आख्या गया, रात का विश्राम किया, लंगर पानी का सारा प्रबंध किया गया। ते बाबा हरजस जी ने फिर बेनती की कि सतगुरु अमृत वेले पहर रात रहिंदी तो आप जी दे जो आनंद कारज ने वो कीते जाणगे। आप जी ने कृपा करनी बराती सज्जणा दे सहित जिथे साडा स्थान बनिया, जिथे असीं ढुका कीता होया है, आप जी ने उत्थे पहुँचना। मामा कृपाल चंद जी नाल हन। कहंदे इस तरह बेनती कीती ते कलगीधर पातशाह रात वेले सतगुरू ने विश्राम कीता है। सवेर होई, सवेर वेले दशमेश पिता महाराज अमृत वेले उठे, पहर रात रहिंदी तो इशनान इत्यादि करके वस्त्र शस्त्र सजाए, कलगी जगह सजाई है। सारे बराती सज्जण तैयार बर तैयार होए ने। गुरु का लाहौर दे बाजारां विचों विचरदे हन। जिन्ने भी बाणीए लोक हन जिहड़े वपार कर रहे ने, वो सतगुरू नूं सजदा करदे, नमस्कारां कर, उन्हां दे मन च बड़ा उत्साह है। एक तां गुरु गोबिंद सिंह महाराज दे विआह पुरब देख रहे ने, ते दूजा उन्हां दा अपना कारोबार भी चल रहा है। कहंदे ने इस तरह सतगुरू विचरदे होए क्रमवार पिंड तय करते हुए जिथे बाबा हरजस जी का डेरा कीता उस थान ते पहुँचे हैं। कलगीधर पातशाह महाराज उस समय इतिहासकार लिखते हैं कि गुरु ग्रंथ साहिब महाराज का प्रकाश हो चुका सी, क्योंकि बहुत सारे जिहड़े पावन ग्रंथ ने ना, जिथे करतारपुर वाली बीट प्रसिद्ध सी, उत्थे सिखां ने बहुत सारे गुरु ग्रंथ साहिब महाराज स्वरूप जिहड़े ने उन्हां दे उतारे कीते हुए सन। जिंज कह ली कि पोथी कोई तैयार की जिहदे च धन गुरु रामदास पातशाह महाराज दीयां
ये चार लाਵਾਂ ਜਿਹੜੀਆਂ उच्चारण कीतियां ਹੋਈਆਂ ਸਨ ਉਹ ਲਿਖੀਆਂ ਹੋਈਆਂ ਸੀ। ਜਦੋਂ ਸਤਿਗੁਰ ਦੇ ਆਨੰਦ ਕਾਰਜ ਕਰਨ ਦੀ ਵਾਰੀ ਆਈ ਹੈ ਉਦੋਂ ਸਿੱਖਾਂ ਦੇ ਵਿੱਚ ਤੇ ਗੁਰੂ ਕੇ ਕੁਲ ਦੇ ਵਿੱਚ ਝਗੜਾ ਹੋ ਗਿਆ। ਹਰ ਇੱਕ ਦੇ ਮਨ 'ਚ ਉਤਸ਼ਾਹ ਹੈ। ਗੁਰੂ ਕੇ ਸੇਵਕ ਕਹਿੰਦੇ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਆਨੰਦ ਕਾਰਜ ਕਰਾਣੇ ਹਨ। ਜਿਹੜੇ ਗੁਰੂ ਕੀ ਕੁਲ ਵਿੱਚੋਂ ਹਨ, ਚਾਹੇ ਉਹ ਬੇਦੀ ਹੈ, ਚਾਹੇ ਤੇਹਣ ਹਨ, ਚਾਹੇ ਭੱਲੇ ਹਨ, ਸੋਢੀ ਹਨ, ਇਹ ਕਹਿੰਦੇ ਅਸੀਂ ਕਰਾਵਾਂਗੇ। ਅਸੀਂ ਗੁਰੂ ਨਾਨਕ ਦੀ ਕੁਲ, ਬੇਦੀਆਂ ਦੀ ਕੁਲ, ਉਹਨਾਂ ਦੇ ਵੱਡੇ ਵਡੇਰੇ ਕਹਿਣ ਲੱਗੇ ਕਿ ਦੇਖੋ ਅਸੀਂ ਵੱਡੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਕਰਕੇ ਅੱਗੇ ਇਹ ਗੁਰੂ ਨੇ ਤੇ ਹੱਕ ਸਾਡਾ ਬਣਦਾ, ਅਸੀਂ ਆਨੰਦ ਕਾਰਜ ਕਰਾਵਾਂਗੇ। ਤੇਹਣ ਕਹਿਣ ਲੱਗ ਗੁਰੂ ਅੰਗਦ ਦੇ ਮਹਾਰਾਜ ਦੀ ਕੁਲ ਕਿ ਨਹੀਂ, ਗੁਰੂ ਨੇ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਡੇ ਵੱਡਿਆਂ ਉੱਤੇ ਬਖਸ਼ਿਸ਼ ਕੀਤੀ, ਗੁਰੂ ਅੰਗਦ ਦੇ ਮਹਾਰਾਜ ਉੱਤੇ, ਤੇ ਹੁਣ ਅਧਿਕਾਰ ਸਾਡਾ ਹੈ, ਅਸੀਂ ਕਰਾਵਾਂਗੇ। ਤੇ ਭੱਲੇ ਕਹਿਣ ਲੱਗੇ ਨਹੀਂ, ਗੁਰੂ ਅੰਗਦ ਦੇ ਮਹਾਰਾਜ ਨੇ ਸਾਡੇ ਵੱਡਿਆਂ ਉੱਤੇ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਅਮਰਦਾਸ ਵਾਸਤੇ ਬਖਸ਼ਿਸ਼ ਕਾ ਸੀ, ਉਹਨਾਂ ਦੀ ਕੁਲ ਵਿੱਚੋਂ ਆ, ਤੇ ਅਸੀਂ ਕਰਾਵਾਂਗੇ ਆਨੰਦ ਕਾਰਜ। ਤੇ ਚੌਥੇ ਕਹਿਣ ਲੱਗੇ ਜਿਹੜੇ ਸੋਢ ਬੰਸ ਸੀ ਕਿ ਨਹੀਂ, ਤੁਹਾਡਾ ਹੱਕ ਨਹੀਂ, ਸੋਢੀਆਂ ਦੇ ਕੋਲ ਗੁਰਤਾ ਗੱਦੀ ਆਈ ਹੈ ਤੇ ਸੋਢੀ ਕੁਲ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਬਣੇ ਨੇ, ਉਹਨਾਂ ਦੇ ਆਨੰਦ ਕਾਰਜ ਨੇ, ਹੱਕ ਸਾਡਾ ਬਣਦਾ ਹੈ, ਹੱਕ ਇਹ ਸਾਡਾ ਬਣਦਾ ਏ। ਜਿਹੜੇ ਸੇਵਕ ਸੀ ਉਹ ਸੇਵਕ ਕਹਿਣ ਲੱਗੇ ਕਿ ਗੁਰੂ ਨੇ ਕਦੇ ਕੁਲਾਂ ਦਾ ਖਿਆਲ ਨਹੀਂ ਰੱਖਣਾ ਕੀਤਾ, ਜਾਤ ਪਾਤ ਦਾ ਖਿਆਲ ਨਹੀਂ ਰੱਖਿਆ, ਗੁਰੂ ਨੇ ਤਾਂ ਕੇਵਲ ਸੇਵਕ ਨੂੰ ਵਡਿਆਈ ਦੇਣਾ ਕੀਤੀ ਹੈ। ਦੇਖੋ ਕਹਿਣ ਲੱਗੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਤਿਆਰ ਹੋਈ ਹੈ ਉਦੋਂ ਆਪਣਿਆਂ ਨੂੰ ਛੱਡ ਕੇ ਸਤਿਗੁਰੂ ਨੇ ਸੇਵਕ ਨੂੰ ਵਡਿਆਈ ਦਿੱਤੀ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਰਿਟਾਇਰ ਸੇਵਾ ਲਈ ਨਿਯੁਕਤ ਕੀਤਾ ਸੀ। ਇਸ ਕਰਕੇ ਅੱਜ ਗੁਰੂ ਕੇ ਆਨੰਦ ਕਾਰਜ ਦੀ ਗੱਲ ਹੈ ਤੇ ਆਨੰਦ ਕਾਰਜ ਵੀ ਕੋਈ ਸੇਵਕ ਹੀ ਕਰਾਵੇ, ਸੰਗਤ ਵਿੱਚੋਂ ਕੋਈ ਕਰਾਵੇਗਾ, ਸੇਵਕ ਕਰਾਉਣਗੇ, ਤੁਹਾਡੇ ਵਿੱਚੋਂ ਨਹੀਂ ਕਰਾਵੇਗਾ। ਕਹਿੰਦੇ ਝਗੜਾ ਹੋ ਰਿਹਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਇਹ ਗੱਲ ਪਹੁੰਚੀ ਕਿ ਆਪਸ 'ਚ ਇਹ ਲੜਦੇ ਨੇ, ਝਗੜਦੇ ਨੇ। ਇੱਕ ਕਹਿੰਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦ ਕਾਰਜ, ਦੂਜਾ ਕਹਿੰਦਾ ਮੈਂ ਕਰਾਉਣੇ ਹਨ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਇੱਕ ਸੂਝ ਬੂਝ ਨਾਲ ਵਿਉਂਤ ਬਣਾਈ ਕਿ ਇਹਨਾਂ ਦਾ ਝਗੜਾ ਕਿਵੇਂ ਨਿਬੇੜਿਆ ਜਾਵੇ। ਗਿਆਨੀ ਗਿਆਨ ਸਿੰਘ ਜੀ ਭਿੰਦਰਾਨਾਮੇ ਪੁਸਤਕ ਵਿੱਚ ਲਿਖਦੇ ਹਨ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ 5 ਪਰਚੀਆਂ ਜਿਹੜੀਆਂ 5 ਪਰਚੀਆਂ ਤਿਆਰ ਕੀਤੀਆਂ। ਇੱਕ ਉੱਤੇ ਲਿਖ ਦਿੱਤਾ ਬੇਦੀ, ਇੱਕ ਉੱਤੇ ਲਿਖਿਆ ਤੇਹਣ, ਇੱਕ ਉੱਤੇ ਲਿਖਿਆ ਭੱਲੇ, ਇੱਕ ਉੱਤੇ ਲਿਖਿਆ ਸੋਢ ਬੰਸ ਜੋ ਗੁਰੂ ਪਾਤਸ਼ਾਹ ਆਪਣੀ ਕੁਲ ਸੀ, ਤੇ ਇੱਕ ਉੱਤੇ ਲਿਖਿਆ ਸੇਵਕ। 5 ਪਰਚੀਆਂ ਰੱਖ ਦਿੱਤੀਆਂ। ਅਰਦਾਸਾ ਸੋਧਿਆ। ਅਰਦਾਸ ਸੋਧਣ ਉਪਰੰਤ ਕਿਸੇ ਪਾਸੋਂ ਸਤਿਗੁਰੂ ਨੇ ਉਹ ਪਰਚੀ ਚੁਕਾਈ ਕਿ ਇੱਕ ਪਰਚ ਚੁੱਕੋ। ਜਦੋਂ ਪਰਚੀ ਚੁੱਕੀ ਗਈ, ਪਰਚੀ ਨੂੰ ਖੋਲ੍ਹਿਆ ਤੇ ਗੁਰੂ ਸਵਾਰਿਓ ਸੇਵਕ ਵਾਲੀ ਪਰਚੀ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥ ਲੱਗ ਗਈ। ਜਦੋਂ ਸੇਵਕ ਵਾਲੀ ਪਰਚੀ ਲੱਗੀ ਤੇ ਕਲਗੀਧਰ ਪਾਤਸ਼ਾਹ ਕਹਿਣ ਦੇਖੋ ਅਕਾਲ ਪੁਰਖ ਨੇ ਸਾਡੇ ਮਨ ਦੀ ਕੀਤੀ ਹੈ। ਅਸੀਂ ਵੀ ਚਾਹੁੰਦੇ ਸਨ ਕਿ ਸਾਡੇ ਆਨੰਦ ਕਾਰਜ ਸਾਡੇ ਸੇਵਕ ਕਰਾਉਣ, ਪਰ ਗੁਰੂ ਕੀ ਕੁਲ ਕਰਕੇ ਅਸੀਂ ਬੋਲ ਨਹੀਂ ਸਕੇ। ਹੁਣ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਅਕਾਲ ਪੁਰਖ ਨੇ ਫੈਸਲਾ ਕਰ ਦਿੱਤਾ ਏ ਕਿ ਜਿਹੜੇ ਸਾਡੇ ਆਨੰਦ ਕਾਰਜ 4 ਲਾਵਾਂ ਪੜ੍ਹਨੀਆਂ ਨੇ ਨਾ, ਇਹ ਕੇਵਲ ਤੇ ਕੇਵਲ ਸੇਵਕ ਹੀ ਕਰੇਗਾ। ਹੁਣ ਜਿਵੇਂ ਸਤਿਗੁਰੂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਪੜਦਾਦਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ
ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਤਿਆਰ ਕੀਤੀ ਸੀ ਨਾ, ਸਤਿਗੁਰੂ ਜੀ ਇਹ ਮਨ 'ਚ ਵਿਚਾਰ ਕਰਦੇ ਸੀ ਕਿ ਸੇਵਕਾਂ ਵਿੱਚੋਂ ਕਿਹੜਾ ਅਸਲੀ ਸੇਵਕ ਹੈ ਜਿਹਦੇ ਉੱਤੇ ਗੁਰੂ ਨਾਨਕ ਦੀ ਅਪਾਰ ਬਖਸ਼ਿਸ਼ ਹੋਵੇ, ਉਹਨੂੰ ਗ੍ਰੰਥ ਦੀ ਟਹਿਲ ਸਿੱਧ ਦਿੱਤੀ ਜਾਵੇ। ਤੇ ਕੱਲੇ ਕੱਲੇ ਸਿੱਖ ਵੱਲ ਦੇਖਿਆ ਸੀ ਤੇ ਨਿਗਾਹ ਗਈ ਸੀ ਬਾਬਾ ਬੁੱਢਾ ਸਾਹਿਬ ਜੀ ਉੱਤੇ। ਬਾਬਾ ਬੁੱਢਾ ਸਾਹਿਬ ਜੀ ਨੂੰ ਵਡਿਆਈ ਬਖਸ਼ਿਸ਼ ਕੀਤੀ ਸੀ। ਅੱਜ ਉਸੇ ਹੀ ਪੜਦਾਦੇ ਦੇ ਅੱਗੇ ਜਿਹੜੇ ਪੋਤਰੇ ਪੜੋਤੇ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਪਰਚੀ ਹੱਥ 'ਚ ਲੱਗੀ ਹੈ, ਲਿਖਿਆ ਹੋਇਆ ਸੇਵਕ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਹੁਣ ਮਨ 'ਚ ਵਿਚਾਰ ਕਰਦੇ ਨੇ ਕਿ ਸੇਵਕ ਕਿਹੜਾ ਹੈ। ਸਾਡੇ ਸੇਵਕਾਂ ਵਿੱਚੋਂ ਉਹ ਸੇਵਕ ਕਿਹੜਾ ਹੈ ਜਿਹਦੀ ਕਮਾਈ ਹੋਵੇ, ਨਾਮ ਸਿਮਰਨ ਦਾ ਅਭਿਆਸ ਕਰਦਾ ਹੋਵੇ। ਕੱਲੇ ਕੱਲੇ ਵੱਲ ਤੱਕਿਆ, ਅਖੀਰ ਤੇ ਨਿਗਾਹ ਪਈ ਹੈ ਬਾਬਾ ਰੂਪ ਚੰਦ ਜੀ ਉੱਤੇ। ਯਾਦ ਆਇਆ ਕਿ ਸਾਡੇ ਇੰਨਾ ਪ੍ਰੇਮ ਕਰਦਾ ਗੁਰੂ ਨਾਲ ਬਾਬਾ ਰੂਪ ਚੰਦ, ਤੇ ਜਲ ਨਹੀਂ ਛਕਿਆ ਸੀ। ਪਹਿਲਾਂ ਛੇਵੇਂ ਪਾਤਸ਼ਾਹ ਸਾਡੇ ਦਾਦਾ ਜੀ ਨੂੰ ਜਲ ਛਕਾਇਆ ਤੇ ਬਾਅਦ 'ਚ ਛਕਣਾ ਕੀਤਾ ਸੀ। ਉਹ ਪ੍ਰੇਮ ਸਤਿਗੁਰੂ ਨੇ ਯਾਦ ਕੀਤਾ ਤੇ ਬਾਬਾ ਰੂਪ ਚੰਦ ਜੀ ਨੂੰ ਆਖਿਆ ਕਿ ਤੁਸੀਂ ਇਹ ਆਨੰਦ ਕਾਰਜ ਦੀ ਰਸਮ ਜਿਹੜੀ ਹੈ ਅਦਾ ਕਰਨੀ ਹੈ, ਤੁਸੀਂ 4 ਨਾਮਾਂ ਦਾ ਪਾਠ ਕਰਨਾ ਹੈ। ਤੇ ਗੁਰੂ ਸਵਾਰਿਓ, ਇਤਿਹਾਸਕਾਰ ਲਿਖਦੇ ਨੇ ਬਾਬਾ ਰੂਪ ਚੰਦ ਜੀ ਤਿਆਰ ਬਰ ਤਿਆਰ ਸਨ। ਰਾਗੀ ਸਿੱਖ ਜਿਹੜੇ ਸਨ, ਕੀਰਤਨ ਕਰਨ ਵਾਲੇ, ਉਹ ਗੁਰੂ ਦੀ ਹਜ਼ੂਰੀ 'ਚ, ਜਿਵੇਂ ਆਪਾਂ ਦੇਖਦੇ ਆਨੰਦ ਕਾਰਜ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਬਦ ਗੁਰੂ ਦੇ ਅੱਗੇ ਆ ਕੇ ਬੈਠ ਗਏ, ਗਲ 'ਚ ਪੱਲਾ ਪਾਇਆ ਹੋਇਆ। ਉਧਰੋਂ ਬਾਬਾ ਹਰਜਸ ਜੀ, ਸਤਿਕਾਰਯੋਗ ਇਹਨਾਂ ਦੇ ਧਰਮ ਪਤਨੀ, ਸਾਡੇ ਸਤਿਕਾਰਯੋਗ ਮਾਤਾ ਜੀ, ਮਾਤਾ ਜੀਤੋ, ਮਾਤਾ ਜੀਤੋ ਜੀ ਨੂੰ ਬੜੇ ਸਤਿਕਾਰ ਦੇ ਨਾਲ, ਜਿੱਥੇ ਅੱਜ ਗੁਰੂ ਕਾ ਲਾਹੌਰ ਸਥਾਨ ਬਣਿਆ ਪਹਾੜੀ ਦੇ ਉੱਤੇ, ਅੱਜ ਪੌੜੀਆਂ ਵਾਲੇ, ਉਦੋਂ ਇਹ ਵੱਡਾ ਪਹਾੜ ਸੀ, ਉਸ ਥਾਂ ਤੇ ਗੁਰੂ ਸਵਾਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ, ਮਾਤਾ ਜੀ ਨੂੰ ਕਹਿੰਦੇ ਉਸ ਥਾਂ ਤੇ ਲੈ ਕੇ ਆਏ ਨੇ। ਫਿਰ ਜਦੋਂ ਸਤਿਗੁਰ ਦੀ ਹਜ਼ੂਰੀ ਵਿੱਚ ਬੈਠੇ ਨੇ, ਮੱਥਾ ਟੇਕਿਆ, ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਆ ਕੇ ਬੈਠ ਗਏ। ਤੇ ਰਾਗੀ ਸਿੱਖਾਂ ਜਿਵੇਂ ਆਪਾਂ ਸ਼ਬਦ ਪੜ੍ਹਦੇ ਆ ਨਾ ਰਮਤਾ ਵੇਲੇ, ਕੀਤਾ ਲੋੜੀਐ ਕੰਮ ਸੋ ਹਰਿ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰਿ ਗੁਣ ਗਾਏ ਅਲਖ ਪ੍ਰਭ ਲਾਖੀਐ। ਜਦੋਂ ਇਹ ਰਾਗੀ ਸਿੰਘ ਸ਼ਬਦ ਦਾ ਗਿਆਨ ਕਰਦੇ ਨੇ, ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ ਹੈ। ਤੇ ਬਾਬਾ ਰੂਪ ਚੰਦ ਜੀ ਨੇ ਫਿਰ ਅਰਦਾਸ ਕੀਤੀ ਹੈ। ਅਰਦਾਸ ਕਰਨ ਉਪਰੰਤ ਸ਼ਬਦ ਪੜ੍ਹਿਆ। ਫਿਰ ਗੁਰੂ ਸਵਾਰਿਓ ਬਾਬਾ ਹਰਜਸ ਜੀ ਨੂੰ ਬਚਨ ਕੀਤੇ, ਤੁਸੀਂ ਪੱਲੇ ਦੀ ਰਸਮ ਅਦਾ ਕਰਨਾ ਕਰੋ। ਤੇ ਪੱਲੇ ਦਾ ਸ਼ਬਦ ਪੜ੍ਹਿਆ ਗਿਆ। ਜਿਵੇਂ ਆਪਾਂ ਜੋ ਆਨੰਦ ਕਾਜ ਆਪਾਂ ਦੇ, ਉਸੇ ਤਰੀਕੇ ਨਾਲ ਸਾਰੀ ਰਸਮ ਨਿਭਾਈ ਗਈ। ਮਰਜ਼ਾਦਾ ਕਿਸੇ ਸਿੱਖਾਂ ਨੇ ਨਹੀਂ ਬਣਾਉਣਾ ਕੀਤੀ, ਇਹ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ। ਗੁਰੂ ਸਾਹਿਬਾਨ ਨੇ ਇਹ ਮਰਜ਼ਾਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ 4 ਨਾਮਾਂ ਉਚਾਰਨ ਕੀਤੀਆਂ। ਅੱਗੋਂ ਫਿਰ ਇਹ ਪਰੰਪਰਾ ਬਣ ਗਈ ਕਿ ਪੱਲੇ ਲਾਣਾ, ਜਿਵੇਂ ਹਿੰਦੂ ਮਤ ਅਨੁਸਾਰ ਗੰਢ ਦਿੱਤੀ ਜਾਂਦੀ ਹੈ, ਤੇ ਸਤਿਗੁਰੂ ਕਹਿੰਦੇ ਗੰਢ ਨਹੀਂ ਦੇਣੀ, ਪੱਲਾ ਹੱਥ 'ਚ ਪਕੜਾਉਣਾ ਹੈ। ਤੇ ਇਸੇ ਤਰ੍ਹਾਂ ਬਾਬਾ ਹਰਜਸ ਜੀ ਨੇ ਆਪਣੀ ਸਪੁੱਤਰੀ ਮਾਤਾ ਜੀਤੋ ਜੀ ਨੂੰ ਕਰ ਕਮਲਾਂ ਵਿੱਚ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪੱਲਾ ਪਕੜਾ ਦਿੱਤਾ। ਤੇ ਜਦੋਂ ਫਿਰ ਪੱਲੇ ਦੀ ਰਸਮ ਅਦਾ ਹੋ ਗਈ, ਉਸ ਤੋਂ ਬਾਅਦ ਫਿਰ ਬਾਬਾ ਰੂਪ ਚੰਦ ਜੀ ਨੇ ਪਹਿਲੀ ਲਾਮ ਪੜ੍ਹੀ ਹੈ, ਹਰ ਪਹਿਲੜੀ ਲਾਮ ਪਰਵਿਰਤੀ, ਕਰਮ ਦ੍ਰਿੜਾਇਆ ਬਲਰਾਮ ਜੀਓ। ਇਹ ਪਲਾਮ ਪੜ੍ਹੀ, ਨਾਨਕ ਸ਼ਬਦ ਆਇਆ। ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਮੱਥਾ ਟੇਕਿਆ, ਮਾਤਾ ਜੀਤੋ ਜੀ ਨੇ ਮੱਥਾ ਟੇਕਿਆ। ਰਾਗੀ ਸਿੰਘ ਸ਼ਬਦ ਦਾ ਗਾਇਨ ਕਰਦੇ ਨੇ, ਰਵਾਬ ਨਾਲ ਕੀਰਤਨ ਹੋ ਰਿਹਾ ਹੈ।
ਤੇ ਗੁਰੂ ਸਵਾਰੇ ਕਲਗੀਧਰ ਪਾਤਸ਼ਾਹ ਅੱਗੇ ਅੱਗੇ ਤੇ ਮਾਤਾ ਜੀਤ ਕੌਰ ਜੀ ਜੀਤੋ ਜੀ ਪਿੱਛੇ ਪਿੱਛੇ। ਕਿਹੋ ਜਿਹਾ ਆਨੰਦ ਹੋਵੇਗਾ ਅੰਮ੍ਰਿਤ ਵੇਲੇ। ਦੀਨ ਦੁਨੀਆ ਦੇ ਮਾਲਕ ਜਿਹੜੇ ਸਾਰਿਆਂ ਦੇ ਸੁਆਮੀ ਹਨ, ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਸਾਰ ਵਿੱਚ ਆਨੰਦ ਕਾਰਜ ਹੋ ਰਿਹਾ ਹੈ, ਜਿੱਥੇ ਸਾਰੀਆਂ ਸੰਗਤਾਂ ਸਿੱਖ ਸ਼ਰਧਾਲੂ ਸਾਰੇ ਦੇਖ ਰਹੇ ਸਨ। ਉੱਥੇ ਇਤਿਹਾਸਕਾਰਾਂ ਮੁਤਾਬਕ ਕਿ ਦੇਵਤੇ ਜਨ ਵੀ ਗੁਪਤ ਰੂਪ ਵਿੱਚ ਇਸ ਸਮਾਗਮ 'ਚ ਸ਼ਾਮਲ ਹੋਏ, ਮਨੁੱਖਾ ਸਰੀਰ ਧਾਰਨ ਕਰਕੇ। ਗੁਪਤ ਸ਼ਕਤੀਆਂ ਉੱਥੇ ਸਾਰੀਆਂ ਹਾਜ਼ਰ ਸਨ, ਜਿਹੜੀਆਂ ਸਤਿਗੁਰ ਦੇ ਐਸੇ ਉਤਸ਼ਾਹ ਨੂੰ ਦੇਖ ਰਹੀਆਂ ਸਨ। ਉਹ ਕਾਰਜ ਨੂੰ, ਜਿਹੜਾ ਕਾਰਜ ਕਲਗੀਧਰ ਪਾਤਸ਼ਾਹ ਵਿਆਹ ਦੇ ਸਮਾਗਮ ਨੂੰ, ਤੇ ਗੁਰੂ ਸਵਾਰੇ ਇੰਜ ਪਾਤਸ਼ਾਹ ਜੀ ਨੇ ਪਹਿਲੀ ਪਰਿਕਰਮਾ ਕੀਤੀ। ਫਿਰ ਦੂਜੀ ਲਾਮ ਦਾ ਪਾਠ ਹੋਇਆ ਤੇ ਦੂਜੀ ਪਰਿਕਰਮਾ ਕੀਤੀ ਹੈ। ਫਿਰ ਤੀਜੀ ਲਾਮ ਦਾ ਪਾਠ ਹੋਇਆ ਤੇ ਗੁਰੂ ਸਵਾਰੇ ਤੀਜੀ ਪਰਿਕਰਮਾ ਕੀਤੀ। ਫਿਰ ਚੌਥੀ ਪਰਿਕਰਮਾ ਤੇ ਚੌਥੀ ਲਾਮ ਦਾ ਪਾਠ ਜਦੋਂ ਕੀਤਾ, ਚੌਥੀ ਪਰਿਕਰਮਾ ਹੋਈ। ਉਸ ਤੋਂ ਬਾਅਦ ਫਿਰ ਗੁਰੂ ਸਵਾਰਿਓ ਜਦੋਂ ਅਖੀਰਲਾ ਸ਼ਬਦ ਪੜ੍ਹਿਆ ਜਾਂਦਾ ਹੈ, ਵਿਆਹ ਹੁਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਇਹ ਸ਼ਬਦ ਦਾ ਗਾਇਨ ਕੀਤਾ ਗਿਆ। ਸ਼ਬਦ ਦਾ ਗਾਇਨ ਕਰਨ ਉਪਰੰਤ ਫਿਰ ਉਸ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਸੀ, ਗੁਰੂ ਕੀ ਹਜ਼ੂਰੀ ਵਿੱਚ ਸੀ। ਤੇ ਕਹਿੰਦੇ ਉਦੋਂ ਫਿਰ ਅਰਦਾਸਾ ਸੋਧਿਆ ਗਿਆ। ਅਰਦਾਸ 'ਚ ਬਾਬਾ ਰੂਪ ਚੰਦ ਜੀ ਨੇ ਸ਼ਬਦ ਵਰਤੇ, ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਹੁਕਮ ਅਨੁਸਾਰ ਦੀਨ ਦੁਨੀਆ ਦੇ ਮਾਲਕ, ਪੰਥ ਦੇ ਬਾਲੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਜੀਤ ਕੌਰ ਜੀਤੋ ਜੀ ਦੇ ਆਨੰਦ ਕਾਰਜ ਸਤਿਗੁਰੂ ਹੋਏ ਹਨ। ਅਕਾਲ ਪੁਰਖ ਨੂੰ ਸੰਬੋਧਨ ਕਰਕੇ ਜਿਵੇਂ ਅਰਦਾਸ ਕੀਤੀ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਗੁਰੂ ਅਰਦਾਸ ਕੀਤੀ ਗਈ। ਅਰਦਾਸ ਕਰਨ ਉਪਰੰਤ ਫਿਰ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਤੇ ਮਾਤਾ ਜੀਤੋ ਜੀ ਦੀ ਜਿਹੜੀ ਇਹ ਰਸਮ ਸੀ, ਇਹ ਅਦਾ ਹੋਈ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਫਿਰ ਆਪਣੇ ਸਥਾਨ 'ਤੇ ਪਹੁੰਚੇ ਨੇ। ਇੱਧਰੋਂ ਮਾਤਾ ਜੀਤੋ ਜੀ ਵਾਪਸ ਆਪਣੇ ਜਿੱਥੇ ਉਹਨਾਂ ਦਾ ਸਥਾਨ, ਉਸ ਸਥਾਨ 'ਤੇ ਗਏ ਹਨ। ਕਹਿੰਦੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਤੇ ਕਲਗੀਧਰ ਪਾਤਸ਼ਾਹ ਨੂੰ ਫਿਰ ਉਸ ਸਮੇਂ ਜਦੋਂ ਡੋਲੀ ਤੋਰਨੀ ਸੀ ਨਾ, ਡੋਲੀ ਤੋਰਨ ਤੋਂ ਪਹਿਲਾਂ ਤੇ ਮਾਤਾ ਜੀਤੋ ਜੀ ਨੂੰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਤੇ ਬਾਬਾ ਹਰਜਸ ਜੀ ਨੇ ਸਿੱਖਿਆ ਦੇਣਾ ਕੀਤੀ ਸੀ। ਸਿੱਖਿਆ ਕੀ ਦਿੱਤੀ ਸੀ ਕਿ ਪੁੱਤਰੀ, ਜਿਹੜਾ ਤੇਰਾ ਪਤੀ ਹੈ ਨਾ, ਇਹ ਆਮ ਪਤੀ ਨਹੀਂ ਹੈ। ਲੜਕੀ, ਇਹ ਸੰਸਾਰ ਦਾ ਦਸਤੂਰ ਬਣਿਆ ਹੋਇਆ ਕਿ ਲੜਕੀ ਜਦੋਂ ਘਰ 'ਚ ਬੱਚੀ ਜਨਮ ਲੈਂਦੀ ਹੈ ਨਾ, ਆਪਣੀ ਜ਼ਿੰਦਗੀ ਦੇ 20 ਸਾਲ 25 ਸਾਲ ਆਪਣੇ ਉਹ ਘਰ ਵਿੱਚ ਬਤੀਤ ਕਰਦੀ ਹੈ। ਅਖੀਰ 'ਤੇ ਫਿਰ ਉਸ ਬੱਚੀ ਨੂੰ ਆਪਣਾ ਘਰ ਛੱਡ ਕੇ ਪਰਾਏ ਘਰ ਜਾਣਾ ਪੈਂਦਾ ਹੈ। ਤੇ ਇਹ ਸਮਝਾਇਆ ਕਿ ਬੇਟਾ, ਤੇਰਾ ਪੇਕੇ ਘਰ ਸਦੀਵੀ ਨਹੀਂ ਹੈ, ਅੱਜ ਤੋਂ ਬਾਅਦ ਤੇਰਾ ਸਹੁਰੇ ਘਰ ਹੈ। ਤੇ ਸਹੁਰੇ ਘਰ ਵਿੱਚ ਆਪਣੇ ਸੱਸ ਸਹੁਰੇ ਦੀ ਸੇਵਾ ਕਰਨੀ ਹੈ, ਆਪਣੇ ਪਤੀ ਦੀ ਸੇਵਾ ਕਰਨੀ ਹੈ। ਤੇ ਗੁਰੂ ਸਰ ਬਾਬਾ ਹਰਜਾ ਜੀ ਸਮਝਾਉਂਦੇ ਨੇ, ਤੇਰੇ ਚੰਗੇ ਭਾਗ ਨੇ, ਤੇਰੇ ਕਰਕੇ ਸਾਡੇ ਭਾਗ ਵੀ ਜਾਪੇ ਨੇ ਜਾਂ ਜਾਗੇ ਹਨ। ਕਿਉਂਕਿ ਉਸ ਅਕਾਲ ਪੁਰਖ ਦਾ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਤੁਹਾਡਾ ਸੰਬੰਧ ਹੋਇਆ ਤੇ ਤੁਹਾਡੇ ਕਰਕੇ ਸਾਡਾ ਸੰਬੰਧ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੁੜ ਗਿਆ। ਜਿੱਥੇ ਸਾਡਾ ਪਰਮਾਰਥੀ ਰਿਸ਼ਤਾ ਹੈ ਸਿੱਖ ਤੇ ਗੁਰੂ ਦਾ, ਅੱਜ ਦੁਨਿਆਵੀ ਰਿਸ਼ਤਾ ਵੀ ਸਾਡਾ ਕਾਇਮ ਹੋ ਗਿਆ। ਤੇ ਅੱਜ ਇਸ ਇਤਿਹਾਸ ਦੇ ਸੁਨਹਿਰੀ ਪੰਨਿਆਂ ਉੱਤੇ ਲਿਖਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹੁਰਾ ਬਾਬਾ ਹਰਜਸ ਜੀ ਹਨ। ਤੇ ਗੁਰੂ ਸਵਾਰਿਓ ਕਹਿਣ ਦਾ ਆਪਾਂ ਮਾਤਾ ਜੀਤੋ ਜੀ ਨੂੰ ਸਾਰੀ ਸਿੱਖਿਆ ਦੇਣਾ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁਝ ਦਿਨ ਗੁਰੂ ਕਾ ਲਾਹੌਰ ਵਿਖੇ ਬਤੀਤ ਕੀਤੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਨਾ, ਇਤਿਹਾਸਕ ਸਾਖੀਆਂ ਤੋਂ ਸਾਨੂੰ ਪਤਾ ਲੱਗਦਾ ਏ ਕਿ ਸਤਿਗੁਰੂ ਜੀ ਇੱਕ ਦਿਨ ਉੱਠੇ, ਪਾਤਸ਼ਾਹ ਜੀ ਨੇ ਤਿਆਰ ਹੋਏ, ਸ਼ਿਕਾਰ ਖੇਡਣ ਲਈ ਜਾਣ ਲੱਗੇ।
ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਧੋਬੀ ਸਿੱਖ ਸੀ ਨਾ, ਸਤਿਗੁਰ ਦੇ ਵਸਤਰ ਧੋਂਦਾ ਸੀ। ਸਤਿਗੁਰੂ ਘੋੜੇ ਉੱਤੇ ਸਵਾਰ ਬਾਜ਼ਾਰ ਵਿੱਚੋਂ ਲੰਘ ਰਹੇ ਨੇ। ਜਿੰਨੇ ਵੀ ਲੋਕ ਨੇ ਖੜ ਖੜ ਕੇ ਸਤਿਗੁਰੂ ਨੂੰ ਸਲਾਮਾਂ ਸਜਦਾ ਕਰਦੇ ਹਨ। ਉਹ ਧੋਬੀ ਸਿੱਖ ਸਾਹਮਣੇ ਆ ਗਿਆ, ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਦੀ ਕਿਰਪਾ ਸਦਕਾ ਆਪ ਜੀ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ। ਨਿੱਤਾ ਪ੍ਰਤੀ ਆਪ ਜੀ ਦੇ ਵਸਤਰ ਸਵਾਰਨੇ, ਵਸਤਰ ਧੋਣੇ। ਸਤਿਗੁਰੂ ਜਦੋਂ ਵਸਤਰ ਮੈਲੇ ਹੁੰਦੇ ਨੇ ਨਾ, ਤੇ ਮੈਲੇ ਵਸਤਰ ਸਾਬਣ ਤੇ ਪਾਣੀ ਨਾਲ ਧੋਤੇ ਜਾਂਦੇ ਨੇ, ਸਰਫ ਤੇ ਪਾਣੀ ਨਾਲ ਸਾਫ਼ ਕੀਤੇ ਜਾਂਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਸਾਬਣ ਦੀ, ਸਰਫ ਦੀ ਕਮੀ ਕੋਈ ਨਹੀਂ ਹੈ, ਪਰ ਸਤਿਗੁਰੂ ਇੱਥੇ ਕਮੀ ਹੈ ਪਾਣੀ ਦੀ, ਜਲ ਦੀ ਕਮੀ ਹੈ। ਤੇ ਕਲਗੀਧਰ ਪਾਤਸ਼ਾਹ ਦੱਸੋ, ਇੰਨੇ ਆਪ ਜੀ ਦੇ ਵਸਤਰ ਇਕੱਤਰ ਹੋ ਗਏ ਨੇ, ਮੇਰਾ ਨਿਤਾਪਤੀ ਮਨ ਕਰਦਾ ਕਿ ਮੈਂ ਗੁਰੂ ਸਤਿਗੁਰੂ ਆਪ ਜੀ ਦੇ ਵਸਤਰ ਧੋ ਕੇ ਸਵਾਰ ਕੇ ਚੰਗੀ ਤਰ੍ਹਾਂ ਸ਼ਿੰਗਾਰ ਦਿਆਂ, ਪਰ ਸਤਿਗੁਰੂ ਪਾਣੀ ਨਾ ਹੋਣ ਕਰਕੇ ਇਹ ਸੇਵਾ ਮੇਰੀ ਜਿਹੜੀ ਹੈ, ਸੇਵਾ 'ਚ ਵਿਘਨ ਪੈ ਰਿਹਾ ਹੈ। ਹੇ ਕਲਗੀਧਰ ਪਾਤਸ਼ਾਹ, ਕੋਈ ਕਿਰਪਾ ਕਰੋ ਤਾਂ ਕਿ ਇੱਥੇ ਪਾਣੀ ਦਾ ਚਸ਼ਮਾ ਚੱਲ ਪਵੇ, ਪਾਣੀ ਦੀ ਜਿਹੜੀ ਘਾਟ ਹੈ ਖਤਮ ਹੋ ਜਾਵੇ। ਜਿੱਥੇ ਸਾਡੇ ਤੁਹਾਡੇ ਵਸਤਰ ਧੋਤੇ ਜਾਣਗੇ, ਉੱਥੋਂ ਇੱਥੋਂ ਦੇ ਰਹਿਣ ਵਾਲੇ ਲੋਕ ਨੇ, ਜਿਹੜਾ ਇੱਥੇ ਵਸਨੀਕ ਹੋਏ ਨੇ, ਉਹਨਾਂ ਦੇ ਵੀ ਸਤਿਗੁਰੂ ਲੋੜਾਂ ਪੂਰੀਆਂ ਹੋਣਗੀਆਂ। ਪਾਣੀ ਤੋਂ ਬਿਨਾਂ ਜੀਵ ਦਾ ਜੀਵਨ ਜਿਹੜਾ ਵਿਅਰਥ ਹੈ। ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਇਸ ਤਰ੍ਹਾਂ ਬਚਨ ਕੀਤੇ ਤੇ ਸਤਿਗੁਰੂ ਮਹਾਰਾਜ ਮੁਸਕੁਜਨੀ ਪਾਤਸ਼ਾਹ ਨੇ ਬਚਨ ਕੀਤੇ, ਉੱਥੋਂ ਸਤਿਗੁਰ ਕੇ ਚਾਲੇ ਪਾ ਦਿੱਤੇ। ਸਤਿਗੁਰ ਦੇ ਨਾਲ ਨੇ ਸਤਿਗੁਰ ਦੇ ਭੂਆ ਜੀ ਦੇ ਸਪੁੱਤਰ ਬਾਬਾ ਸੰਗੋ ਸ਼ਾਹ, ਜੀਤ ਮਲ, ਸਿਆਰੀ ਮਲ ਇਤਿਆਦਿਕ, ਗੁਲਾਬ ਚੰਦ, ਇਹ ਸਾਰੇ ਨਾਲ ਹਨ। ਤਾਂ ਜਦੋਂ ਸਤਿਗੁਰੂ ਜਿੱਥੇ ਅੱਜ ਗੁਰਦੁਆਰਾ ਤਰਵੇਣੀ ਸਾਹਿਬ ਬਣਿਆ ਹੋਇਆ ਨਾ, ਇਸ ਥਾਂ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਹਿੰਦੇ ਬੜੀ ਜ਼ੋਰ ਦੀ ਇੱਕ ਪੱਥਰ ਵਿੱਚ ਵਰਸ਼ਾ ਮਾਰਿਆ, ਪੱਥਰ ਵਿੱਚ ਵਰਸ਼ਾ ਮਾਰਿਆ ਕਲਗੀਧਰ ਪਾਤਸ਼ਾਹ ਨੇ, ਤੇ ਬਚਨ ਕੀਤੇ। ਕਹਿਣ ਲੱਗੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਸੰਗੋ ਸ਼ਾਹ ਨੂੰ ਕਹਿਣ ਲੱਗੇ, ਇਸ ਵਰਸ਼ੇ ਨੂੰ ਬਾਹਰ ਕੱਢਣਾ ਕਰੋ। ਕੋਈ ਸੂਰਮਾ ਹੋਵੇ ਸਾਡਾ ਜਿਹੜਾ ਵਰਸ਼ੇ ਨੂੰ ਧੂ ਕੇ ਬਾਹਰ ਕੱਢ ਦੇਵੇ। ਪਹਿਲਾਂ ਕਹਿੰਦੇ ਜੀਤ ਮਲ ਤਿਆਰ ਹੋਇਆ ਸੀ, ਸਤਿਗੁਰੂ ਆਪ ਜੀ ਦੀ ਕਿਰਪਾ ਨਾਲ ਇਹ ਕਾਰਜ ਮੈਂ ਕਰਾਂਗਾ। ਤੇ ਜੀਤ ਮਲ ਜਦੋਂ ਗਿਆ ਤੇ ਗੁਰੂ ਸਹੁਰੇ ਜ਼ੋਰ ਲਾ ਲਿਆ ਸਾਰਾ, ਕਦੇ ਇੱਕ ਹੱਥ ਨਾਲ ਕਦੇ ਦੋਵਾਂ ਹੱਥਾਂ ਜ਼ੋਰ ਲਾ ਲਿਆ, ਸਾਰਾ ਬਲ ਲਾ ਕੇ, ਤਾਕਤ ਲਾ ਕੇ, ਥੱਕ ਕੇ ਹਾਰ ਕੇ ਬੈਠ ਗਿਆ ਕਿ ਪਾਤਸ਼ਾਹ ਮੇਰੇ ਤੋਂ ਕਾਰਜ ਨਹੀਂ ਹੋਣਾ ਹੈ। ਜਿਹੜਾ ਸੰਗੋ ਸ਼ਾਹ ਸੀ ਨਾ, ਸਭ ਤੋਂ ਵੱਡਾ ਪੁੱਤਰ ਸੀ ਬੀਬੀ ਬੀਰੋ ਜੀ ਦਾ। ਇਹ ਬੜਾ ਬਹਾਦਰ ਸੀ, ਸੂਰਮਾ ਸੀ, ਸਰੀਰ 'ਚ ਬੜੀ ਜਾਨ ਸੀ, ਤਾਕਤ ਸੀ। ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ ਕਿ ਪਾਤਸ਼ਾਹ ਇਹ ਕੰਮ ਮੈਂ ਕਰਾਂਗਾ, ਮੈਂ ਇਸ ਵਰਸ਼ੇ ਨੂੰ ਬਾਹਰ ਕੱਢ ਦਿਆਂਗਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਚੱਲ ਬਈ ਸੰਗੋ ਸ਼ਾਹ ਠੀਕ ਹੈ, ਤੂੰ ਇਹ ਕਾਰਜ ਕਰਨਾ ਕਰ। ਕਹਿੰਦੇ ਸੰਗੋ ਸ਼ਾਹ ਘੋੜੇ ਉੱਤੇ ਸਵਾਰ ਹੋ ਕੇ ਉਸ ਵਰਸ਼ੇ ਦੇ ਕੋਲ ਆਇਆ, ਹੱਥ ਪਾਇਆ, ਜੋ ਧੂਣ ਲੱਗਿਆ, ਖਿੱਚਣ ਲੱਗਿਆ ਤੇ ਖਿੱਚਿਆ, ਹਿੱਲਿਆ ਨਹੀਂ। ਬੜਾ ਹੈਰਾਨ ਹੋ ਗਿਆ, ਸਾਰਾ ਜ਼ੋਰ ਲਾ ਘੋੜੇ ਤੋਂ ਥੱਲੇ ਉਤਰ ਗਿਆ। ਦੋਨਾਂ ਹੱਥਾਂ ਦੇ ਨਾਲ ਉਸ ਵਰਸ਼ ਨੂੰ ਹਿਲਾਉਂਦਾ, ਕਦੇ ਉੱਪਰ ਨੂੰ ਕਦੇ ਥੱਲੇ ਨੂੰ ਕਰਨ ਦੀ ਕੋਸ਼ਿਸ਼ ਕਰਦਾ ਏ, ਪਰ ਬਿਲਕੁਲ ਜੜ ਹੋ ਗਿਆ। ਜਿਵੇਂ ਇੱਕ ਵੱਡਾ ਦਰਖਤ ਹੋਵੇ ਨਾ, ਜਿਵੇਂ ਕਹਿ ਦਈਏ ਆਪਾਂ ਕਿ ਬੋਹੜ ਦਾ ਦਰਖਤ ਹੈ, ਕਿ ਬੋਹੜ ਦੇ ਦਰਖਤ ਨੂੰ ਕੋਈ ਜੱਫਾ ਪਾ ਕੇ ਆਖੇ ਮੈਨੂੰ ਹਿਲਾ ਦੇ, ਹਿੱਲੇਗਾ ਨਹੀਂ। ਤੇ ਇਸੇ ਤਰ੍ਹਾਂ ਅੱਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਵਰਸ਼ਾ ਉਸ ਪੱਥਰ ਵਿੱਚ ਵੱਜਿਆ ਹੋਇਆ, ਤੇ ਗੁਰੂ ਸਵਾਰੇ ਸਾਰੀ ਕੋਸ਼ਿਸ਼ ਕਰ ਲਈ, ਤਾਕਤ ਲਾ ਲਈ, ਸਾਹੋ ਸ਼ਾਹ ਹੋ ਗਿਆ ਸੰਗੋ ਸ਼ਾਹ।
ਤੇ ਅਖੀਰ ਤੇ ਥੱਕ ਕੇ ਹਾਰ ਕੇ ਬੈਠ ਗਿਆ। ਕਹਿਣ ਲੱਗਿਆ, ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣਦੇ ਨੇ, ਸਾਡੇ ਵੱਸ ਦੀ ਗੱਲ ਨਹੀਂ ਹੈ। ਕਹਿੰਦੇ ਨੇ ਦਸ਼ਮੇਸ਼ ਪਿਤਾ ਕਹਿਣ ਲੱਗੇ, ਪਾਤਸ਼ਾਹ ਆਪਣਾ ਕਾਰਜ ਤੁਸੀਂ ਆਪ ਹੀ ਕਰੋ, ਤੁਹਾਡਾ ਵਰਸ਼ਾ ਏ, ਤੁਸੀਂ ਹੀ ਬਾਹਰ ਕੱਢ ਸਕਦੇ ਹੋ, ਤੁਹਾਤੋਂ ਬਿਨਾਂ ਕੋਈ ਹੋਰ ਕੋਈ ਕਾਰਜ ਨਹੀਂ ਕਰ ਸਕਦਾ। ਕਹਿੰਦੇ ਕਲਗੀਧਰ ਪਾਤਸ਼ਾਹ ਮਹਾਰਾਜ ਘੋੜੇ ਉੱਤੇ ਸਵਾਰ ਸਨ। ਸਤਿਗੁਰੂ ਜੀ ਨੇ ਇੱਕ ਹੱਥ ਵਿੱਚ ਘੋੜੇ ਦੀ ਲਗਾਮ ਪਕੜੀ ਹੋਈ ਹੈ ਤੇ ਦੂਜਾ ਹੱਥ ਸਤਿਗੁਰੂ ਨੇ ਅਗਾਂਹ ਨੂੰ ਕੀਤਾ, ਉਸ ਵਰਸ਼ੇ ਨੂੰ ਪਾਇਆ ਤੇ ਗੁਰੂ ਸਵਾਰਿਓ ਛਿਣ ਮਾਤਰ ਦੇ ਵਿੱਚ, ਜਿਵੇਂ ਪੈਰ 'ਚ ਕੰਡਾ ਵੱਜਿਆ ਹੋਵੇ ਨਾ, ਪੈਰ 'ਚ ਕੰਡਾ, ਤੇ ਕੰਡੇ ਨੂੰ ਕੱਢਣ ਦੇ ਲਈ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ। ਤੇ ਇੰਜ ਸਤਿਗੁਰੂ ਨੇ ਛਿਣ ਮਾਤਰ ਵਿੱਚ ਉਹ ਜਿਹੜਾ ਵਰਸ਼ਾ ਸੀ ਉਹ ਬਾਹਰ ਕੱਢ ਦਿੱਤਾ। ਜਦੋਂ ਵਰਸ਼ਾ ਬਾਹਰ ਨਿਕਲਿਆ ਤੇ ਵਿੱਚੋਂ ਉਸ ਪੱਥਰ ਵਿੱਚੋਂ, ਪਹਾੜ ਦੇ ਵਿੱਚੋਂ ਪਾਣੀ ਦੀਆਂ 3 ਧਾਰਾਂ ਵਗ ਪਈਆਂ। ਪਾਣੀ ਦੀਆਂ 3 ਧਾਰਾਂ ਵਗੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਦੇਖੋ ਲੋਕ ਜਿਹੜੇ ਨੇ, ਹਿੰਦੂ ਜਿਹੜੇ ਲੋਕ ਨੇ ਨਾ, ਉਹ ਇਲਾਹਾਬਾਦ ਦੀ ਧਰਤੀ ਤੇ ਪਰਾਗ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਦੇ ਨੇ। ਉਹ ਕਹਿੰਦੇ ਨੇ ਤਰਵੇਣੀ 'ਚ ਇਸ਼ਨਾਨ ਕਰ ਲਿਆ। ਕਹਿੰਦੇ ਦੇਖੋ ਅਸੀਂ ਇਹ ਨਗਰ ਵਸਾਇਆ ਗੁਰੂ ਕਾ ਲਾਹੌਰ, ਤੇ ਤਰਵੇਣੀ ਅਸੀਂ ਇੱਥੇ ਲਿਆਂਦੀ ਹੈ। ਕਹਿੰਦੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਤਰਵੇਣੀ ਇੱਥੇ ਲਿਆਂਦੀ ਹੈ, ਇਹ ਉਹ ਹਿੰਦੂ, ਉਹ ਉਹਨਾਂ ਦੀ ਤਰਵੇਣੀ ਹੈ, ਇਹ ਗੁਰੂ ਕੀ ਤਰਵੇਣੀ ਹੈ। ਤੇ ਸਤਿਗੁਰੂ ਜੀ ਨੇ ਉੱਥੇ ਜਦੋਂ ਪਾਣੀ ਦੀਆਂ ਧਾਰਾਂ ਵਗੀਆਂ, ਨਿਰਮਲ ਜਲ, ਤੇ ਕਲਗੀਧਰ ਪਾਤਸ਼ਾਹ ਧੋਬੀ ਸਿੱਖ ਨੂੰ ਆਖਣ ਲੱਗੇ, ਲੈ ਸਿੱਖਾ, ਜਿੱਥੇ ਤੇਰੀ ਪਾਣੀ ਦੀ ਘਾਟ ਦੂਰ ਹੋਈ ਆ, ਉੱਥੇ ਤੂੰ ਸਾਰੇ ਵਸਤਰ ਜਿਹੜੇ ਨੇ ਉਹ ਵੀ ਧੋਣਾ ਕਰ, ਤੇ ਇੱਥੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੋਈਆਂ ਨੇ। ਤੇ ਸਤਿਗੁਰੂ ਕਹਿਣ ਲੱਗੇ, ਇਸ ਤਰਵੇਣੀ ਜਿਹੜਾ ਇਸ਼ਨਾਨ ਕਰੇਗਾ ਉਹਨੂੰ ਦੇਹ ਅਰੋਗਤਾ ਪ੍ਰਾਪਤ ਹੋਵੇਗੀ। ਫਿਰ ਗੁਰੂ ਗੋਬਿੰਦ ਸਿੰਘ ਥੋੜ੍ਹਾ ਅੱਗੇ ਤੁਰੇ ਨੇ। ਕਹਿੰਦੇ ਇੱਕ ਪੱਥਰ ਉੱਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਘੋੜੇ ਨੇ ਆਪਣਾ ਪੌੜ ਮਾਰਨਾ ਕੀਤਾ। ਗੁਰਦੁਆਰਾ ਕਿਉਂਕਿ ਅਸਥਾਨ ਨੇ ਉੱਥੇ ਬਣਿਆ ਜੇ ਸਤਿਗੁਰਾਂ ਦੀ ਯਾਦ ਵਿੱਚ। ਪਹਿਲਾ ਹੈ ਜਿੱਥੇ ਸਤਿਗੁਰ ਦਾ ਬਰਾਤ ਦਾ ਢਕਾਓ ਹੋਇਆ ਸੀ, ਗੁਰਦੁਆਰਾ ਸਿਹਰਾ ਸਾਹਿਬ। ਉਸ ਤੋਂ ਅੱਗੇ ਫਿਰ ਜੋ ਸਤਿਗੁਰੂ ਜਦੋਂ ਜਿੱਥੇ ਆਨੰਦ ਕਾਰਜ ਹੋਏ ਨੇ, ਉਹ ਗੁਰੂ ਕਾ ਲਾਹੌਰ, ਜਿੱਥੇ ਪਾਤਸ਼ਾਹ ਦੇ ਆਨੰਦ ਕਾਰਜ ਹੋਏ ਹਨ। ਤੇ ਜਿੱਥੇ ਸਤਿਗੁਰੂ ਨੇ ਵਰਸ਼ਾ ਮਾਰਿਆ, ਤਰਵੇਣੀ ਗੁਰੂ ਸਰ ਨਿਕਲੀ ਹੈ, ਤੇ ਉਹ ਉੱਥੇ ਤਰਵੇਣੀ ਸਰੋਵਰ ਬਣਿਆ ਹੋਇਆ ਤੇ ਨਾਲ ਸਥਾਨ ਬਣਿਆ ਹੋਇਆ, ਬਿਲਕੁਲ ਉਹਦੇ ਨਾਲ ਹੀ ਥੋੜ੍ਹੀ ਦੂਰੀ ਤੇ ਗੁਰੂ ਸਵਾਰਿਓ ਗੁਰਦੁਆਰਾ ਪੌੜ ਸਾਹਿਬ ਬਣਿਆ ਹੋਇਆ। ਇਤਿਹਾਸਕਾਰ ਲਿਖਦੇ ਨੇ ਘੋੜੇ ਨੇ ਪੌੜ ਮਾਰਿਆ ਤੇ ਪੱਥਰ ਵਿੱਚੋਂ ਗੁਰੂ ਸਰ ਪਾਣੀ ਜਿਹੜਾ ਸਿਮਣ ਲੱਗ ਪਿਆ। ਅੱਜ ਵੀ ਉੱਥੇ ਜਲ ਉਸੇ ਤਰ੍ਹਾਂ ਵਗਦਾ ਹੈ। ਬਹੁਤ ਸਾਰੀਆਂ ਘਟਨਾਵਾਂ ਉੱਥੇ ਵਾਪਰੀਆਂ ਨੇ। ਇੱਕ ਹੋਰ ਸਥਾਨ ਆਉਂਦਾ ਜਿੱਥੇ ਹਾਲੇ ਤੱਕ ਪ੍ਰਕਾਸ਼ ਨਹੀਂ ਹੋਇਆ ਹੈ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੁਆਰਾ ਨਾੜ ਸਾਹਿਬ ਸਥਾਨ ਰੱਖਿਆ, ਅਸਥਾਨ ਦਾ ਨਾਮ ਹੈ, ਕਹਿੰਦੇ ਸਤਿਗੁਰੂ ਮਹਾਰਾਜ ਸ਼ਿਕਾਰ ਖੇਡਣ ਲਈ ਪਹਾੜੀ ਵਾਲੇ ਜੰਗਲ ਵਾਲੇ ਪਾਸੇ ਨੂੰ ਚੱਲ ਪਏ। ਸਤਿਗੁਰੂ ਥੋੜ੍ਹੀ ਦੂਰੀ 'ਤੇ ਗਏ ਨਾ, ਉੱਥੋਂ ਜਿਹੜੇ ਗੁਰੂ ਦੇ ਦੁਸ਼ਮਣ ਸਨ ਪਹਾੜੀਏ ਇਤਿਆਦਿਕ, ਉਹਨਾਂ ਨੇ ਸਤਿਗੁਰਾਂ 'ਤੇ ਗੋਲੀਆਂ ਚਲਾਈਆਂ ਸਨ। ਤੇ ਉਸ ਨਾੜ ਦੇ ਕੋਲ ਗੁਰੂ ਪੱਥਰ 'ਤੇ ਸਹਾਰਾ ਲੈ ਕੇ ਉੱਥੇ ਪਾਤਸ਼ਾਹ ਨਾਲ ਮੁਕਾਬਲਾ ਕੀਤਾ ਤੇ ਉੱਥੋਂ ਉਹਨਾਂ ਨੂੰ ਭਾਜਣਾ ਪੈ ਗਈਆਂ ਸਨ। ਤੇ ਗੁਰਦੁਆਰਾ ਨਾੜ ਸਾਹਿਬ ਵੀ ਹੈ, ਜਿੱਥੇ ਅਸਥਾਨ ਹਲੇ ਤਿਆਰ ਨਹੀਂ ਹੋਇਆ ਹੈ, ਕੇਵਲ ਉਹ ਥਾਂ ਹੈ, ਉੱਥੇ ਸੰਗਤਾਂ ਜਾਂਦੀਆਂ ਨੇ ਅੱਜ ਵੀ। ਉਸ ਥਾਂ 'ਤੇ ਸੰਗਤਾਂ ਜਾ ਕੇ ਕੀਰਤਨ ਕਰਦੀਆਂ, ਕੁਝ ਸਮਾਂ ਉੱਥੇ ਬੈਠ ਕੇ ਉਸ ਹਰੀ ਦਾ ਜਸ ਵਡਿਆਈ ਕਰਨੀ, ਗੁਰੂ ਨੂੰ ਚੇਤੇ ਕਰਨਾ, ਫਿਰ ਸੰਗਤਾਂ ਵਾਪਸ ਮੁੜ ਕੇ ਆਉਂਦੀਆਂ ਨੇ। ਸੋ ਗੁਰੂ ਸਵਾਰੇ ਇੰਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਦਾ ਦਿਨ ਆਨੰਦ ਕਾਰਜ ਹੋਇਆ। ਤੇ ਇੱਥੋਂ ਸਤਿਗੁਰੂ ਮਹਾਰਾਜ ਫਿਰ ਮਾਤਾ ਜੀਤੋ ਜੀ ਦਾ ਡੋਲਾ ਲੈ ਕੇ ਆਨੰਦਪੁਰ ਸਾਹਿਬ ਨੂੰ ਸਤਿਗੁਰੂ ਨੇ ਚਾਲੇ ਪਾਏ ਨੇ। ਜਦੋਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮਾਤਾ ਜੀਤੋ ਜੀ ਪਹੁੰਚੇ ਹਨ, ਡੋਲੀ ਜਿਹੜੀ ਹੈ, ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਹੈ, ਭੋਰਾ ਸਾਹਿਬ ਦੇ ਸਨਮ ਡੋਲੀ ਲਿਆਂਦੀ ਗਈ। ਤੇ ਉਸ ਸਮੇਂ ਮਾਤਾ ਗੂਜਰੀ ਜੀ ਆਪਣੀ ਨੂੰਹ ਨੂੰ ਦੇਖਣ ਵਾਸਤੇ ਮਾਤਾ ਜੀ ਬਾਹਰ ਆਏ। ਉੱਥੋਂ ਦੀਆਂ ਆਨੰਦਪੁਰ ਸਾਹਿਬ ਦੀਆਂ ਇਸਤਰੀਆਂ, ਹੋਰ ਜਿੰਨੇ ਵੀ ਸਨ ਉੱਥੇ ਇਕੱਤਰ ਹੋਏ ਹਨ। ਸਾਰਿਆਂ ਦੇ ਮਨ 'ਚ ਉਤਸ਼ਾਹ ਹੈ
कि गुरु कलगीधर पातशाह दे आनंद कारज होए ने, ब्याह होया है, असी नवीं वोटी नूं देखना करिए। ते गुरु सवारे जदों हुण माता जीतो जी ने अपनी नूंह दा सुंदर स्वरूप देखिया ते गदगद होए, ते माता जीतो जी ने उस समय माता गुजरी दे चरणा च मत्था टेकिया, गल बकड़ी च लिया, प्यार दिता, ते इंज गुरु सरे गुरु के महलों दे विच माता जीतो जी नूं माता गुजरी जी बड़े सत्कार नाल लैके गए सन। सो अज गुरु गोबिंद सिंह महाराज दे गुरमत मर्यादा जो सतगुरु ने कायम की है, ਉਹਦੇ ਮੁਤਾਬਕ गुरु सर सतगुर ਦੇ आनंद कारज होए सन। ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ। ਅਜੋਕੇ ਸਮੇਂ ਸਾਡੇ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ, ਜਿਹੜਾ ਸਾਡਾ ਮੇਨ ਕੰਮ ਹੁੰਦਾ ਹੈ ਆਨੰਦ ਕਾਰਜ। ਚਾਰ ਲਾਵਾਂ ਅਸਲ ਵਿੱਚ ਇਹ ਚਾਰ ਲਾਵਾਂ ਨਹੀਂ ਹਨ, ਇਹ ਅਸਲ ਵਿੱਚ ਗੁਰੂ ਸਰ ਗੁਰੂ ਨੂੰ ਸਮਰਪਿਤ ਹੋ ਕੇ ਸਭ ਕੁਝ ਆਪਣਾ ਗੁਰੂ ਨੂੰ ਸੌਂਪ ਕੇ ਗੁਰੂ ਕੀ ਪਰਿਕਰਮਾ ਕਰਨੀ। ਤੇ ਜਦੋਂ ਗੁਰੂ ਨੂੰ ਸਨਮੁਖ ਜਾਣਨਾ ਕਿ ਸਤਿਗੁਰੂ ਸਾਡਾ ਹਾਜ਼ਰ ਨਾਜ਼ਰ ਹੈ, ਅਸੀਂ ਸਤਿਗੁਰ ਦੀ ਹਜ਼ੂਰੀ ਵਿੱਚ ਇਹ ਜਿਹੜਾ ਹੈ ਅੱਜ ਤੋਂ ਗ੍ਰਸਤੀ ਜੀਵਨ ਦੇ ਪਾਂਧੀ ਬਣੇ ਆ। ਪਰ ਮਾਫ ਕਰਨਾ ਗੁਰੂ ਸਵਾਰਿਓ, ਕੁਝ ਸਮਾਂ ਲੰਘਦਾ, ਅੱਜ ਸਾਡੇ ਬੱਚੇ ਬੱਚੀਆਂ ਦੇ ਥੋੜ੍ਹਾ ਸਮੇਂ 6 ਮਹੀਨੇ ਸਾਲਾਂ ਬਾਅਦ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਜਿਹਨੂੰ ਤਾਂ ਗੁਰੂ ਚੇਤੇ ਹੈ ਉਹ ਤਾਂ ਫਿਰ ਇਹ ਕੰਮ ਨਹੀਂ ਕਰਨਗੇ। ਜਿਹੜਿਆਂ ਨੂੰ ਗੁਰੂ ਭੁੱਲਿਆ ਹੋਇਆ ਅਸਲ ਵਿੱਚ ਉਹੀ ਗੁਰੂ ਸਰੇ ਇਹ ਛੁੱਟਛੜਾ ਦਾ ਕੰਮ ਕਰਦੇ ਨੇ ਫਿਰ। ਤੇ ਦੂਜੀ ਗੱਲ ਹੈ ਮੇਨ ਸਾਡਾ ਕੰਮ ਹੁੰਦਾ ਆਨੰਦ ਕਾਰਜ, ਤੇ ਬਾਕੀ ਤਾਂ ਸਾਰਾ ਅਡੰਬਰ ਹੈ। ਜਿੰਨਾ ਵੀ ਰਿਸ਼ਤੇਦਾਰ ਆ ਗਏ, ਖਾ ਲਿਆ ਪੀ ਲਿਆ ਨੱਚ ਲਿਆ ਗਾ ਲਿਆ, ਹਾਲਾਂ ਗੁਰਮਤਿ ਅਨੁਸਾਰ ਨਹੀਂ ਹਨ। ਤੇ ਗੁਰੂ ਸਵਾਰੇ ਉਹ ਕੰਮ ਆਪਾਂ ਉਹਨਾਂ ਕੰਮਾਂ ਵਿੱਚ ਲੱਗੇ ਰਹਿੰਦੇ ਆ। ਜਦੋਂ ਆਨੰਦ ਕਾਰਜ ਦੀ ਵਾਰੀ ਆਉਂਦੀ ਨਾ ਤੇ ਗ੍ਰੰਥੀ ਸਿੰਘ ਰਾਗੀ ਸਿੰਘ ਬੈਠੇ ਹੁੰਦੇ ਨੇ, ਡੀਕਦੇ ਹੁੰਦੇ ਨੇ। ਇੱਥੋਂ ਤੱਕ 10 ਵਜੇ ਗੁਰੂ ਗ੍ਰੰਥ 9 ਵਜੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋ ਜਾਂਦੇ ਨੇ। ਉਡੀਕ ਕਰਦੇ ਨੇ ਕਿ ਕਦੋਂ ਬਰਾਤ ਆਵੇਗੀ, ਕਦੋਂ ਪਰਿਵਾਰ ਆਵੇਗਾ ਤੇ ਆਪਾਂ ਆਨੰਦ ਕਾਰਜ ਕਰੀਏ, ਫ੍ਰੀ ਹੋਈਏ। ਤੇ ਪਹਿਲਾ ਸਮਾਂ ਹੁੰਦਾ ਸੀ ਸਿੱਖ ਖਲੋਤੇ ਹੁੰਦੇ ਸਨ ਤੇ ਗੁਰੂ ਨੂੰ ਉਡੀਕਦੇ ਹੁੰਦੇ ਸਨ। ਤੇ ਅੱਜ ਸਮਾਂ ਇਹੋ ਜਿਹਾ ਆ ਚੁੱਕਾ ਤੇ ਗੁਰੂ ਆਪਣੇ ਤਖ਼ਤ ਤੇ ਆ ਕੇ ਬੈਠ ਜਾਂਦਾ ਤੇ ਸਿੱਖਾਂ ਨੂੰ ਉਡੀਕਦਾ ਕਿ ਮੇਰੇ ਬੱਚੇ ਆਣਗੇ, ਉਹਨਾਂ ਦੇ ਆਨੰਦ ਕਾਰਜ ਦੀ ਰਸਮ ਜਿਹੜੀ ਆ ਉਹ ਕੀਤੀ ਜਾਵੇਗੀ। ਇਹ ਬਿਲਕੁਲ ਗਲਤ ਹੋ ਰਿਹਾ। 2 ਵਜੇ 3 ਵਜੇ ਬਰਾਤਾਂ ਚੱਲਦੀਆਂ ਨੇ ਤੇ ਸ਼ਾਮ ਨੂੰ 4 ਵਜੇ ਦੇ ਕੀ ਹੁੰਦੇ ਆਨੰਦ ਕਾਰਜ ਹੋਣ ਵੇਲੇ। ਇਹ ਬਿਲਕੁਲ ਗਲਤ ਹੈ। ਜਦੋਂ ਆਪਾਂ ਕਿਤੇ ਬਾਹਰ ਵਿਦੇਸ਼ ਦੀ ਧਰਤੀ ਜਾਣਾ ਹੋਵੇ ਨਾ ਤੇ ਟਿਕਟਾਂ ਹੋਈਆਂ ਹੁੰਦੀਆਂ ਨੇ ਕਿ ਪਤਾ ਕਿ ਇੰਨੇ ਵਜੇ ਜਿਹੜਾ ਜਹਾਜ਼ ਹੈ ਉਹ ਰਾਤ ਨੂੰ 2 ਵਜੇ ਫਲੈਟ ਹੈ ਤੇ ਗੁਰੂ ਸਵਾਰੇ ਪਹਿਲਾਂ ਅੰਦਰ ਪ੍ਰਵੇਸ਼ ਹੋਣਾ ਪੈਂਦਾ ਹੈ। ਉਦੋਂ ਆਪਾਂ ਸਮੇਂ ਸਿਰ ਕਿਵੇਂ ਪਹੁੰਚ ਜਾਂਦੇ ਹਾਂ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਰੱਖੋ। ਜਦੋਂ ਆਪਣੇ ਬੱਚਿਆਂ ਦਾ ਬੱਚੀਆਂ ਦਾ ਆਪਾਂ ਆਨੰਦ ਕਾਰਜ ਕਰਾਉਂਦੇ ਹਾਂ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਕਿ ਇਹ ਸੋਚੀਏ ਕਿ ਸਾਡੇ ਗੁਰੂ ਸਾਹਿਬਾਨ ਨੇ ਅੰਮ੍ਰਿਤ ਵੇਲੇ ਜਿਹੜੀ ਹੈ ਆਰੰਭਤਾ ਕੀਤੀ ਆਨੰਦ ਕਾਰਜ ਦੀ, ਤੇ ਆਪਾਂ ਵੀ ਅੰਮ੍ਰਿਤ ਵੇਲੇ ਆਨੰਦ ਕਾਰਜ ਕਰਾਉਣੇ। ਘੱਟੋ ਘੱਟ 12 ਵਜੇ ਤੋਂ ਪਹਿਲਾਂ ਤਾਂ ਕਰ ਲਵੋ। ਜੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ 12 ਵਜੇ ਦੇ ਪਹਿਲਾਂ ਪਹਿਲਾਂ ਆਪਾਂ ਕਰ ਲਈਏ ਤੇ ਫਿਰ ਗੁਰੂ ਸਵਾਰੇ ਸਤਿਗੁਰ ਦੀਆਂ ਸਾਨੂੰ ਖੁਸ਼ੀਆਂ ਨਸੀਬ ਹੋਣਗੀਆਂ। ਸੋ ਸਾਰੀਆਂ ਸੰਗਤਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ 5-7 ਮਿੰਟ ਲਈ ਆਪਾਂ ਹਾਜ਼ਰੀਆਂ ਲਵਾਉਣੀਆਂ ਹਨ।